बोले सोनिहार सत श्री अकाल। नानक पाद पंकज बंदन, पाद पंकज बंदन। सिमरो अंगद दूप निकंदन, गुरु अमरदास हृदय नित ध्यावो, हृदय नित ध्यावो। गुरु रामदास गुण गावो, गुरु अर्जन विघ्न कीनाशक, विघ्न कीनाशक। गुरु हर गोबिंद शुभ सुमत प्रकाशक। श्री हर राय नमो कर जोरी, नमो कर जोरी। श्री हरि कृष्ण मनाए बहोरी, गुर तेग बहादुर परम कृपाला, परम कृपाला। गुरु गोबिंद सिंह बिसाला, एक ओंकार सतगुरु तिह प्रसाद सत होए। वाहेगुरु जी की फतेह, विघ्न विनाशन सोए। वाहेगुरु जी की फतेह, विघ्न विनाशन सोए। परम सन्मानयोग हाजरा हजूर जाहरा जहूर वाली कुल आलम, मुजस्माए सबद रहबरे कुल कायनात। राजान राज पानान पान, देवान देव उपमा महान। दसां गुरुआं दे रब्बी सब रूप, धन धन साहिब श्री गुरु ग्रंथ साहिब जी महाराज, जिन्हां दी पाक हजूरी अंदर जुड़ बैठी साध संगत जी। वडभागे हाँ जो अपने कीमती समय दे विचों समां कढ करके धन गुरु तेग बहादुर जी महाराज तिन्हां दे पावक अस्थान गुरुद्वारा श्री कोठा साहिब विखे संध्या दे दीवाना दे समय दिन के चौथे पैर नूं मुख रखते हुए अपनियां हाजरियां नूं लवा रहे हाँ। वडभागे हाँ साध संगत जी जो चल रही लड़ीवार कथा
ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਫਰਮਾਨ ਅਨੁਸਾਰ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਚੜਿਆ ਸੋਧਨ ਧਰਤ ਲੁਕਾਈ ਦੇ ਹਿਮਾ ਵਾਕਾ ਅਨੁਸਾਰ ਰੋਜ਼ਾਨਾ ਦੇ ਦੀਵਾਨਾਂ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੀਆਂ ਕੀਤੀਆਂ ਹੋਈਆਂ ਸੰਸਾਰ ਦੀਆਂ 4 ਉਦਾਸੀਆਂ, ਜਿਹਦੇ ਵਿੱਚ ਥਾਂ ਥਾਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਮੇਂ ਅਨੁਸਾਰ ਜਿਸ ਅਸਥਾਨ ਤੇ ਵੀ ਜਾ ਕਰਕੇ ਆਪਣੇ ਚਰਨ ਪਾਏ ਨੇ, ਆਪਣੇ ਬਚਨਾਂ ਦੁਆਰਾ ਸਿੱਖਿਆ ਦੇ ਕੇ ਜਿਹੜੇ ਕੁਕਰਮੀ ਜੀਵ ਨੇ ਉਹਨਾਂ ਨੂੰ ਸਿੱਧੇ ਰਾਹ ਤੇ ਪਾਉਣਾ ਕੀਤਾ ਹੈ। ਵਡਭਾਗੇ ਹਾਂ ਸਾਧ ਸੰਗਤ ਜੀ ਜੋ ਸਰਵਣ ਕਰ ਰਹੇ ਹਾਂ। ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਦੇ ਅਨੁਸਾਰ ਕੱਲ ਦੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਦੀ ਇੱਛਾ ਦੇ ਅਨੁਸਾਰ ਭਾਈ ਮਰਦਾਨਾ ਜੀ ਨੂੰ 7 ਜਿਹੜੇ ਦੀਪ ਨੇ 7 ਟਾਪੂ ਉਹਨਾਂ ਦੀ ਸੈਰ ਕਰਵਾ ਰਹੇ ਨੇ ਤੇ ਸੈਰ ਕਰਵਾਉਂਦੇ ਹੋਏ ਜਿਹੜੇ ਟਾਪੂ ਦੇ ਵਿੱਚ ਜਾਂਦੇ ਨੇ ਉਸ ਟਾਪੂ ਦੇ ਵਿੱਚ ਆਪਣਾ ਉਪਦੇਸ਼ ਦ੍ਰਿੜ ਕਰਵਾ ਕਰਕੇ ਚੰਗੀ ਸਿੱਖਿਆ ਦੇ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਅਗਲੇ ਟਾਪੂ ਦੇ ਵਿੱਚ ਜਾਣਾ ਕਰਦੇ। ਕੱਲ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ 6 ਟਾਪੂਆਂ ਨੂੰ ਪਾਰ ਕਰਦੇ ਹੋਏ 7ਵੇਂ ਟਾਪੂ ਜੰਬੂ ਦੀਪ ਦੇ ਵਿੱਚ ਪਹੁੰਚੇ ਨੇ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮਰਦਾਨੇ ਨੂੰ ਜਾ ਕੇ ਆਖਿਆ ਕਿ ਮਰਦਾਨਿਆ, ਇਹਦੇ ਤੋਂ ਅੱਗੇ ਕੁਝ ਵੀ ਨਹੀਂ, ਨਾ ਤਾਂ ਇਹਦੇ ਤੋਂ ਅੱਗੇ ਕੋਈ ਦੇਵੀ ਦੇਵਤਾ ਹੈ, ਨਾ ਤਾਂ ਇਹਦੇ ਤੋਂ ਅੱਗੇ ਕੋਈ ਅਸਮਾਨ ਹੈ। ਜੇਕਰ ਦੁਨੀਆ ਦੇ ਲੱਖਾਂ ਸੂਰਜ ਵੀ ਇਸ ਧਰਤੀ ਤੇ ਚੜ ਜਾਣ, ਜੇਕਰ ਲੱਖਾਂ ਦੁਨੀਆ ਦੇ ਸੂਰਜ ਇਸ ਅਸਥਾਨ ਤੇ ਪ੍ਰਕਾਸ਼ਮਾਨ ਹੋ ਜਾਣ ਤਾਂ ਉਹਨਾਂ ਸੂਰਜਾਂ ਦਾ ਚਾਨਣ ਨਹੀਂ ਹੋਵੇਗਾ, ਉਲਟਾ ਉਹ ਸੂਰਜ ਵੀ ਕਾਲੇ ਹੋ ਜਾਣਗੇ। ਅਜਿਹਾ ਵਾਤਾਵਰਨ ਹੈ ਇਸ ਦੀਪ ਦਾ। ਅਜਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੋਏ ਕੱਲ ਭਾਈ ਮਰਦਾਨੇ ਨੂੰ 7 ਟਾਪੂਆਂ ਦੀ ਸੈਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਰਵਾਈ। ਅੱਗੇ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨੇ ਨੂੰ ਉਪਦੇਸ਼ ਦਿੰਦੇ ਹੋਏ ਰਸਤੇ ਵਿੱਚ ਚੱਲਦੇ ਹੋਏ ਸਾਧ ਸੰਗਤ ਜੀ ਆਪਣੇ ਸਹੁਰਿਆਂ ਦੇ ਪਿੰਡ ਅਚਲ ਵਡਾਲੇ ਦੀ ਧਰਤੀ ਤੇ ਪਹੁੰਚੇ ਨੇ। ਅਚਲ ਵਡਾਲੇ ਪਹੁੰਚਣ ਤੋਂ ਬਾਅਦ ਅਜਿੱਤੇ ਰੰਧਾਵੇ ਨੂੰ ਕੀ ਉਪਦੇਸ਼ ਦਿੱਤਾ ਹੈ, ਆਓ ਸਾਧ ਸੰਗਤ ਜੀ ਸੁਰਤੀਆਂ ਬਿਰਤੀਆਂ ਨੂੰ ਕਰੀਏ ਇਕਾਗਰ ਚਿਤ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਝੁਕਾਈਏ ਸੀਸ, ਨਿਮਰਤਾ ਦੇ ਘਰ ਦੇ ਵਿੱਚ ਆਈਏ, ਬੁਲਾਈਏ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਬੈਠੇ ਹੁਤੇ ਪ੍ਰਭੂ ਗੁਣ ਖਾਨੀ, ਮਰਦਾਨਾ ਤਬ ਬੋਲਿਓ ਬਾਨੀ। ਆਪ ਪੁਰਾਪੁਰ ਮੈਂ ਜਬ ਆਏ, ਸੰਤ ਸੰਗ ਬੈਠੇ ਇਹ ਥਾਏ। ਬੈਠੇ ਹੋਤੇ ਪ੍ਰਭੂ ਗੁਣ ਖਾਨੀ, ਮਰਦਾਨਾ ਤਬ ਬੋਲਿਓ ਬਾਨੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀਆਂ ਉਦਾਸੀਆਂ ਕਰਦੇ ਹੋਏ ਜਦੋਂ 7 ਟਾਪੂਆਂ ਦੀ ਯਾਤਰਾ ਕੀਤੀ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਣਾ ਦੀ ਖਾਨ, ਬੇਦੀ ਕੁਲ ਦੇ ਦੀਪਕ, ਸੁੱਖਾਂ ਦੇ ਰਾਸ ਇੱਕ ਅਸਥਾਨ ਤੇ ਬੈਠੇ ਨੇ। ਉਸ ਅਸਥਾਨ ਤੇ ਜਦੋਂ ਬੈਠੇ ਨੇ ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਇਹ ਬਚਨ ਕੀਤੇ ਨੇ। ਉਹ ਬਚਨ ਕੀ ਨੇ?
आप पुरापुर मह जब आए, संत संग बैठे थाए। ते कहन लगे ने कि गुरु जी, जदों आपां पहला एमनाबाद दे विच आए सां, इस धरती दे उपर जदों तुसी चरण पाए सन तां तुसी संतां दे नाल बैठे सी ते संतां दे नाल बैठ करके तुसी विचारां कीतियां सन। हित आहार की जाचन गवणे, फिर पठानन के तब पवणे। ते तुहानू भोजन की लोड़ सी ते तुसी सानू नगर दे विच पठाने दे घर भोजन मंगण वास्ते घल्लिया सी ते असी तुहाडी सिੱਖਿਆ ਨੂੰ ਮੰਨਦੇ ਹੋਏ ਉਹਨਾਂ ਪਠਾਣਾ ਦੇ ਘਰਾਂ ਦੇ ਵਿੱਚ ਜਾ ਕਰਕੇ ਭੋਜਨ ਜਿਹੜਾ ਸੀ ਉਹ ਮੰਗਣਾ ਕੀਤਾ ਸੀ ਤੇ ਮੰਗਦੇ ਹੋਏ ਕਈ ਪਠਾਣਾ ਦੇ ਘਰਾਂ ਵਿੱਚ ਅਸੀਂ ਘੁੰਮੇ ਸਨ। ਦੇਖ ਛੁਦਾ ਤੁਰ ਕਿਨਹੂ ਨ ਦੀਨੋ, ਬਾਹਰੋ ਮਿਲਿਓ ਦੁਖਦ ਮਤ ਹੀਨੋ। ਤੇ ਜਦੋਂ ਗੁਰੂ ਜੀ ਅਸੀਂ ਉਸ ਐਮਨਾਬਾਦ ਦੀ ਧਰਤੀ ਤੇ ਗਏ ਸਾਂ, ਪਠਾਣਾ ਦੇ ਘਰਾਂ ਦੇ ਵਿੱਚ ਜਾ ਕੇ ਜਦੋਂ ਭੋਜਨ ਮੰਗਿਆ ਸੀ ਤੇ ਸਾਨੂੰ ਉਹਨਾਂ ਨੇ ਦੁਰਕਾਰ ਪਾਈ ਸੀ, ਸਾਨੂੰ ਭੋਜਨ ਜਿਹੜਾ ਸੀ ਉਹ ਨਹੀਂ ਦਿੱਤਾ ਸੀ। ਤੇ ਅੱਜ ਉਹ ਜਿਹੜਾ ਏ ਉਹ ਪਠਾਨ ਦੁੱਖ ਭੋਗ ਰਹੇ ਨੇ ਆਪਣੇ ਕੀਤੇ ਹੋਏ ਕਰਮਾਂ ਦਾ। ਭਈ ਅਵਗਿਆ ਥੋਰਣ ਪਾਸੂ, ਮਿਲਿਓ ਸਰਬਪੁਰ ਕੋ ਦੁਖ ਰਾਸੂ। ਤੇ ਕਹਿਣ ਲੱਗੇ ਨੇ ਕਿ ਗੁਰੂ ਜੀ, ਥੋੜਿਆਂ ਪਠਾਣਾ ਦੇ ਘਰਾਂ ਦੇ ਵਿੱਚ ਜਦੋਂ ਅਸੀਂ ਗਏ ਸਾਂ, ਉਹਨਾਂ ਪਠਾਣਾ ਦੇ ਵਿੱਚੋਂ ਕਈ ਘਰ ਤਾਂ ਚੰਗੇ ਸਨ ਜਿਨ੍ਹਾਂ ਨੇ ਸਾਡਾ ਆਦਰ ਕੀਤਾ ਸੀ, ਪਰ ਕੁਝ ਕੁ ਘਰ ਸਨ ਜਿਨ੍ਹਾਂ ਨੇ ਸਾਨੂੰ ਬੋਲ ਕੋ ਬੋਲ ਬੋਲੇ ਸਨ, ਜਿਨ੍ਹਾਂ ਨੇ ਸਾਡੀ ਨਰਾਦਰੀ ਕੀਤੀ ਸੀ। ਤੇ ਕਹਿ ਰਹੇ ਨੇ ਕਿ ਉਹਨਾਂ ਦੇ ਵਿੱਚੋਂ ਕੇਵਲ ਤੇ ਕੇਵਲ ਥੋੜੇ ਹੀ ਸਨ ਜਿਨ੍ਹਾਂ ਨੇ ਸਾਡਾ ਅਪਮਾਨ ਕੀਤਾ ਸੀ, ਜਿਨ੍ਹਾਂ ਨੇ ਸਾਨੂੰ ਮਾੜੇ ਬਚਨ ਬੋਲੇ ਸਨ, ਪਰ ਉਹਨਾਂ ਦੀ ਬਦੌਲਤ ਅੱਜ ਸਾਰਿਆਂ ਨੂੰ ਦੁੱਖ ਭੋਗਣਾ ਪੈ ਰਿਹਾ ਹੈ। ਆਸਮੰਜਸ ਮੈਂ ਲਖ ਮਨ ਮਾਹੀ, ਬੂਜਨ ਕੀਨ ਆਪ ਕੇ ਪਾਈ। ਤੇ ਕਹਿਣ ਲੱਗਾ ਕਿ ਗੁਰੂ ਜੀ, ਮੇਰਾ ਮਨ ਇਸ ਗੱਲ ਨੂੰ ਮੰਨਦਾ ਨਹੀਂ, ਮੇਰਾ ਜਿਹੜਾ ਮਨ ਹੈ ਉਹ ਇਸ ਗੱਲ ਦੇ ਵਿੱਚ ਖੁਸ਼ ਨਹੀਂ ਕਿ ਜਿਹੜਾ ਕਰਮ ਹੈ ਉਹ ਕਿਸੇ ਨੇ ਕੀਤਾ ਹੋਵੇ ਤੇ ਸਜ਼ਾ ਉਹਦੀ ਕਿਸੇ ਨੂੰ ਮਿਲੇ। ਭਾਵ ਕਿ ਨਿਰਾਦਰ ਤਾਂ ਕੁਝ ਪਠਾਣਾ ਨੇ ਕੀਤਾ ਸੀ, ਕੁਝ ਪਠਾਨ ਚੰਗੇ ਸਨ, ਪਰ ਇਹਨਾਂ ਪਠਾਣਾ ਦੀ ਐਸੀ ਕਿਸਮਤ ਕਿਉਂ ਹੈ ਕਿ ਉਹਨਾਂ ਮਾੜੇ ਲੋਕਾਂ ਦੇ ਕਰਕੇ ਇਹਨਾਂ ਸਾਰਿਆਂ ਨੂੰ ਇਹ ਦੁੱਖ ਜਿਹੜਾ ਕਿਉਂ ਭੋਗਣਾ ਪੈ ਰਿਹਾ ਹੈ। ਇਹ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਪੁੱਛ ਰਹੇ ਨੇ। ਤੇ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਭਾਈ ਮਰਦਾਨਾ ਜੀ ਕੌਤਕ ਵਰਤਾਉਣਗੇ, ਜਿਹਦੇ ਨਾਲ ਭਾਈ ਮਰਦਾਨਾ ਜੀ ਨੂੰ ਸੋਝੀ ਆਵੇਗੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਣਗੇ। ਦੋਹਰਾ ਸੁਨ ਮਰਦਾਨੇ ਨਗਰ ਜਸਾ, ਸੰਤ ਅਤਿਥ ਚਲ ਜਾਏ। ਕਹਿਣ ਲੱਗੇ ਨੇ ਮਰਦਾਨਿਆ, ਆ ਜਿਹੜੇ ਨਗਰ ਸਾਨੂੰ ਦਿਸ ਰਹੇ ਨੇ ਨਾ, ਜਿਨ੍ਹਾਂ ਨਗਰਾਂ ਦੇ ਵਿੱਚੋਂ ਆਪਾਂ ਹੋ ਕੇ ਆਏ ਹਾਂ, ਜੇਕਰ ਇਹਨਾਂ ਨਗਰਾਂ ਦੇ ਵਿੱਚ ਕੋਈ ਪ੍ਰਮਾਤਮਾ ਦਾ ਭਗਤ ਜਾਂ ਕੋਈ ਸੰਤ ਜਿਹੜਾ ਉਹ ਚਲੇ ਜਾਵੇ, ਸੇਵਾ ਹੋਏ ਨ ਤਾਹੇ ਕੀ ਸਭ ਹਨ ਪਾਪ ਲਗਾਏ। ਤੇ ਜੇਕਰ ਪਿੰਡ ਦੇ ਵਿੱਚ, ਜੇਕਰ ਉਸ ਨਗਰ ਦੇ ਵਿੱਚ ਮਾੜੇ ਕੁਕਰਮੀ ਭੈੜੀ ਮੱਤ ਵਾਲੇ ਲੋਕ ਜੇਕਰ ਉਸ ਸੰਤ ਦਾ ਆਦਰ ਨਾ ਕਰਨ
ਤਾਂ ਉਹਨਾਂ ਮਾੜੀ ਮੱਤ ਵਾਲੇ ਲੋਕਾਂ ਦਾ ਕੀਤਾ ਹੋਇਆ ਕਰਮ ਸਾਰਿਆਂ ਨੂੰ ਭੁਗਤਣਾ ਪੈਂਦਾ। ਚੌਪਈ ਜਾਨੋ ਗ੍ਰਸਤ ਧਰਮ ਸੁਭ ਏਹੂ ਆਏ ਅਤਿਥ ਕੀ ਸੇਵ ਕरेहू। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਮਝਾਇਆ ਹੈ ਮਰਦਾਨਿਆ, ਆ ਗ੍ਰਸਤ ਧਰਮ ਹੈ ਨਾ, ਜਿਹੜਾ ਜੀਵਨ ਦੀ ਮੂਲ ਪੂੰਜੀ ਸਮਝਿਆ ਜਾਂਦਾ ਹੈ, ਜਿਹਦੇ ਨਾਲ ਕਿਤੇ ਨਾ ਕਿਤੇ ਮਨੁੱਖ ਦੀਆਂ ਕਾਮ ਵਾਸ਼ਨਾਵਾਂ ਜਿਹੜੀਆਂ ਉਹ ਕਾਬੂ ਦੇ ਵਿੱਚ ਆਉਂਦੀਆਂ ਨੇ। ਇਸ ਗ੍ਰਸਤ ਧਰਮ ਦਾ ਸਭ ਤੋਂ ਵੱਡਾ ਜਿਹੜਾ ਕਰਮ ਕੀ ਹੈ ਕਿ ਜੇਕਰ ਇਹਨਾਂ ਗ੍ਰਸਤੀਆਂ ਦੇ ਘਰਾਂ ਦੇ ਵਿੱਚ ਕੋਈ ਸੰਤ ਚੱਲ ਕੇ ਆਵੇ, ਕੋਈ ਫਕੀਰ ਚੱਲ ਕਰਕੇ ਆਵੇ, ਜਾਂ ਕੋਈ ਰੱਬ ਦਾ ਪਿਆਰਾ ਚੱਲ ਕਰਕੇ ਆਵੇ, ਤੇ ਇਹਨਾਂ ਗ੍ਰਸਤੀਆਂ ਦਾ ਫਰਜ਼ ਹੈ ਕਿ ਉਹ ਸੰਤ ਦੀ ਸੇਵਾ ਬਿਨਾਂ ਕਿਸੇ ਵੈਰ ਵਿਰੋਧ ਤੋਂ ਕੀਤੀ ਜਾਵੇ। ਜਥਾ ਸ਼ਕਤ ਤੇ ਆਦਰ ਕਰਹੀ, ਦੇ ਆਹਾਰ ਮ੍ਰਿਤ ਬਚਨ ਉਚਰਹੀ। ਤੇ ਜਿੰਨਾ ਵੀ ਹੋ ਸਕੇ, ਜਿੰਨੀ ਵੀ ਸਮਰੱਥਾ ਹੋਵੇ ਵਿਅਕਤੀ ਦੀ, ਉਹਦੇ ਅਨੁਸਾਰ ਇਹਨਾਂ ਸੰਤਾਂ ਨੂੰ ਜਥਾ ਸ਼ਕਤ ਭਾਵ ਕਿ ਜਿਹੜੀਆਂ ਭੇਟਾਵਾਂ ਨੇ ਉਹ ਅਰਪਿਤ ਕਰਨੀਆਂ ਚਾਹੀਦੀਆਂ ਨੇ, ਤੇ ਨਾਲ ਨਾਲ ਮਿੱਠੇ ਬੋਲ ਨੇ ਜਿਹੜੇ ਇਹਨਾਂ ਸੰਤਾਂ ਦੀ ਝੋਲੀ ਦੇ ਵਿੱਚ ਪਾਉਣੇ ਚਾਹੀਦੇ ਹਨ। ਧਰਮਹੀਨ ਇਹ ਖਾਨ ਦੁਸ਼ਟ ਮਤ, ਪ੍ਰਭਤਾ ਮਦ ਮੈਂ ਭਏ ਅੰਧ ਅਤ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾ ਰਹੇ ਨੇ ਕਿ ਮਰਦਾਨਿਆ, ਇਹ ਜਿਹੜੇ ਪਠਾਨ ਸਨ ਇਹ ਧਰਮਹੀਣ ਸਨ, ਭਾਵ ਕਿ ਜਿਹੜੇ ਅਧਰਮੀ ਸਨ, ਜਿਨ੍ਹਾਂ ਨੂੰ ਧਰਮ ਦਾ ਕੋਈ ਗਿਆਨ ਨਹੀਂ ਸੀ। ਦੁਸ਼ਟ ਮਤ ਭਾਵ ਕਿ ਖੋਟੀ ਮਤ ਵਾਲੇ ਸਨ, ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਸੋਝੀ ਨਹੀਂ ਸੀ। ਮਨ ਜਿਹੜਾ ਸੀ ਉਹ ਵਿਸ਼ਿਆਂ ਵਿਕਾਰਾਂ ਦੇ ਵਿੱਚ ਖੱਚੇ ਸੀ। ਲੋਕਾਂ ਦੀ ਸੇਵਾ ਕਰਨ ਦਾ ਇਹਨਾਂ ਨੂੰ ਪਤਾ ਨਹੀਂ ਸੀ, ਤੇ ਵਡਿਆਈ ਦੇ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਅੰਨੇ ਹੋਏ ਸਨ। ਤੇ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਇਹ ਗੱਲ ਤਾਂ ਸਮਝਾ ਰਹੇ ਨੇ, ਪਰ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਦੁਨੀਆ ਕੀਆ ਵਡਿਆਈਆ ਕਵਨੇ ਆਵਹਿ ਕਾਮ। ਗੁਰਬਾਣੀ ਸਾਨੂੰ ਸਮਝਾ ਰਹੇ ਨੇ ਕਿ ਇਹ ਜਿਹੜੀ ਦੁਨੀਆ ਸਾਨੂੰ ਸਲਾਹ ਰਹੀ ਹੈ ਨਾ, ਇਹ ਸਾਡੇ ਕਿਹੜੇ ਕੰਮ ਆਉਂਦੀ ਹੈ ਜਾਂ ਕੀ ਕੰਮ ਹੈ ਇਹਦਾ, ਸਾਨੂੰ ਪਤਾ ਹੈ। ਕਹਿੰਦੇ ਦੁਨੀਆ ਕੀਆਂ ਵਡਿਆਈਆਂ ਕਵਣੇ ਆਵੇ ਕਾਮ, ਕਹਿੰਦੇ ਕਿਹੜੇ ਕੰਮ ਆਉਂਦੀਆਂ ਨੇ ਦੁਨੀਆ ਦੀਆਂ ਵਡਿਆਈਆਂ। ਤੇ ਅੱਗੇ ਉਦਾਹਰਣ ਦਿੱਤਾ ਹੈ ਕਿ ਮਾਇਆ ਕਾ ਰੰਗ ਅਤ ਫਿੱਕਾ, ਜਾਤੋ ਬਿਨ ਸੁਨਦਾਨ। ਜਿਵੇਂ ਮਾਇਆ ਦਾ ਸਾਧ ਸੰਗਤ ਜੀ ਸੁੱਖ ਆਪਾਂ ਨੂੰ ਥੋੜੇ ਸਮੇਂ ਲਈ ਹੈ, ਜਿਹੜੀ ਮਾਇਆ ਉਹ ਕੁਝ ਸਮਾਂ ਸਾਨੂੰ ਸੁੱਖ ਦਵਾ ਸਕਦੀ ਹੈ, ਕੁਝ ਸਮਾਂ ਅਸੀਂ ਸੁੱਖ ਭੋਗ ਸਕਦੇ ਹਾਂ, ਪਰ ਸਮਾਂ ਪਾ ਕੇ ਅਜਿਹਾ ਸਾਡੇ ਤੇ ਸਮਾਂ ਆਉਂਦਾ ਹੈ ਕਿ ਸਾਧ ਸੰਗਤ ਜੀ ਸਾਡੀ ਅਵਸਥਾ ਕੀ ਬਣ ਜਾਂਦੀ ਹੈ, ਮਾਇਆ ਗਈ ਤਬ ਰੋਵਣ ਲੱਗਦਾ ਹੈ। ਫਿਰ ਸਾਡੀ ਜਿਹੜੀ ਅਵਸਥਾ ਉਹ ਰੋਣ ਵਾਲੀ ਬਣ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰਬਾਣੀ ਜਿਹੜੀ ਸਮਝਾ ਰਹੀ ਕਿ ਦੁਨੀਆ ਦੀਆਂ ਵਡਿਆਈਆਂ ਕਵਣੇ ਆਵੇ ਕਾਮ, ਕਹਿੰਦੇ ਇਹ ਜਿਹੜੀਆਂ ਵਡਿਆਈਆਂ ਨੇ ਇਹ ਸਾਡੇ ਕਿਸੇ ਕੰਮ ਆਉਣ ਵਾਲੀਆਂ ਨਹੀਂ। ਕੰਮ ਆਉਣ ਵਾਲਾ ਤੇ ਕੇਵਲ ਉਸ ਪਰਮਾਤਮਾ ਦਾ ਨਾਮ ਹੈ, ਜਿਹੜਾ ਸਾਨੂੰ ਲੋਕ ਦੇ ਵਿੱਚ ਤਾਂ ਸੁੱਖ ਦਿਵਾਉਂਦਾ ਹੀ ਹੈ, ਪਰ ਪਰਲੋਕ ਦੇ ਵਿੱਚ ਵੀ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਇਸ ਪਰਮਾਤਮਾ ਦੇ ਨਾਮ ਦੇ ਨਾਲ। ਤੇ ਮਰਦਾਨੇ ਨੂੰ ਸਮਝਾ ਰਹੇ ਨੇ, ਮਰਦਾਨਿਆ ਇਹਨਾਂ ਪਠਾਣਾ ਦੀ ਭੈੜੀ ਮੱਤ ਕਾਰਨ, ਇਹਨਾਂ ਦੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਖਚਤ ਹੋਣ ਕਾਰਨ ਇਹਨਾਂ ਨੂੰ ਇਹ ਜਿਹੜਾ ਫਲ ਉਹ ਭੋਗਣਾ ਪੈ ਰਿਹਾ ਹੈ। ਕਹਿਰ ਉਚਿਤ ਥੀ ਕਹਿਰ ਪਰਿਓ, ਸਦਾ ਖੁਦਾਏ ਬਿਸਾਰ ਰਹੇ ਔਰ। ਤੇ ਮਰਦਾਨਿਆਂ ਇਹਨਾਂ ਤੇ ਕਸ਼ਟ ਆਉਣਾ ਜ਼ਰੂਰੀ ਸੀ, ਕਿਉਂਕਿ ਕਸ਼ਟ ਆਉਣ ਦਾ ਕਾਰਨ ਵੀ ਇਹਨਾਂ ਤੇ ਇਹ ਸੀ ਕਿ ਇਹਨਾਂ ਦੇ ਕੋਲੋਂ ਪਰਮਾਤਮਾ ਦਾ ਨਾਮ ਵਿਸਰਿਆ ਹੋਇਆ ਸੀ। ਇਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਕੋਈ ਪਤਾ ਨਹੀਂ।
ਇਹਨਾਂ ਦੇ ਹਿਰਦੇ ਦੇ ਵਿੱਚ ਹਮੇਸ਼ਾ ਐਸੋ ਆਰਾਮ ਦੀ ਜ਼ਿੰਦਗੀ ਜਿਉਣ ਦਾ ਜਿਹੜਾ ਖਿਆਲ ਸੀ ਉਹ ਚੱਲਦਾ ਸੀ। ਕਦੀ ਵੀ ਇਹਨਾਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਸੀ ਸਿਮਰਿਆ, ਜਿਸ ਕਾਰਨ ਮਰਦਾਨਿਆਂ ਇਹਨਾਂ ਨੂੰ ਇਹ ਜਿਹੜਾ ਫਲ ਹੈ ਉਹ ਭੋਗਣਾ ਪੈ ਰਿਹਾ ਹੈ। ਮਰਦਾਨੇ ਕੇ ਮਨ ਸੰਦੇਹੋ, ਕੁਛ ਕਰਹਿਓ ਪਰ ਬੋਲ ਨਾ ਕੇਹੂ। ਮਰਦਾਨੇ ਨੇ ਕੁਝ ਸਮਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਬੜੇ ਪਿਆਰ ਦੇ ਨਾਲ ਸੁਣੇ ਨੇ, ਪਰ ਸਾਧ ਸੰਗਤ ਜੀ ਬਚਨ ਤਾਂ ਸੁਣ ਰਿਹਾ ਹੈ, ਪਰ ਕੁਝ ਕੁ ਸ਼ੰਕਾ ਭਾਈ ਮਰਦਾਨਾ ਜੀ ਦੇ ਮਨ ਦੇ ਵਿੱਚ ਰਹਿ ਗਈ ਹੈ। ਪਰ ਕਿਰਪਾ ਨਿਧਾਨ ਗੁਨਾ ਦੀ ਖਾਨ ਬੇਦੀ ਕੁਲ ਦੇ ਦੀਪਕ ਸੁਖਾਂ ਦੇ ਸਾਗਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਹੁਣ ਉਹ ਸ਼ੰਕਾ ਜਿਹੜੀ ਉਹ ਨਹੀਂ ਕਹੀ ਜਾ ਰਹੀ। ਸ੍ਰੀ ਨਾਨਕ ਤੇ ਉਰ ਕੀ ਜਾਨੀ, ਬਿਨ ਸੰਸੈ ਕਰਵੇ ਬਿਦ ਠਾਨੀ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੇ ਮਨ ਦੀ ਜਾਣ ਲਈ, ਮਨ ਦੀ ਬੁੱਝ ਲਈ ਹੈ ਭਾਈ ਮਰਦਾਨਾ ਜੀ ਨੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਹੁਣ ਸਮਝਾਉਣ ਲਈ ਕੀ ਕੀਤਾ ਹੈ। ਭਾਵ ਕਿ ਜਿਹੜੀ ਭਾਈ ਮਰਦਾਨਾ ਜੀ ਦੇ ਮਨ ਦੇ ਵਿੱਚ ਸ਼ੰਕਾ ਹੈ, ਉਸ ਸ਼ੰਕਾ ਨੂੰ ਮਿਟਾਉਣ ਲਈ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਕ ਵਿਧ ਜਿਹੜੀ ਉਹ ਵਰਤਾਉਣੀ ਕੀਤੀ ਹੈ। ਕਿਤਕ ਸਮਾ ਜਬ ਬੈਠ ਬਿਤਾਵਾ, ਮਰਦਾਨੇ ਤਬ ਆਲਸ ਪਾਵਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਾਈ ਮਰਦਾਨਾ ਜੀ ਨੂੰ ਬੈਠਿਆ ਹੋਇਆ ਬਹੁਤਾ ਸਮਾਂ ਬੀਤਿਆ ਏ, ਤੇ ਸਮਾਂ ਬੀਤਣ ਦੇ ਕਾਰਨ ਭਾਈ ਮਰਦਾਨਾ ਜੀ ਤੇ ਆਲਸ ਆਣ ਪਿਆ। ਭਾਵ ਕਿ ਭਾਈ ਮਰਦਾਨਾ ਜੀ ਨੂੰ ਸੁਸਤੀ ਪਈ ਹੈ ਤੇ ਭਾਈ ਮਰਦਾਨਾ ਜੀ ਸੁਸਤੀ ਦੇ ਕਾਰਨ ਆਰਾਮ ਕਰ ਰਹੇ ਹਨ। ਸੋਏ ਰਹਿਓ ਤਬ ਪਿਖ ਜਗ ਸਾਈ, ਮధుਰ ਬੂੰਦ ਇੱਕ ਉਦਰ ਪਵਾਈ। ਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਗੂੜੀ ਨੀਂਦ ਦੇ ਵਿੱਚ ਸੁੱਤੇ ਦੇਖਿਆ ਹੈ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਕ ਮਿੱਠੇ ਦੀ ਬੂੰਦ ਸਾਧ ਸੰਗਤ ਜੀ ਮੰਗਵਾਈ ਹੈ, ਤੇ ਭਾਈ ਮਰਦਾਨਾ ਜੀ ਦੇ ਪੇਟ ਤੇ ਉਹ ਡੋਲਣੀ ਕੀਤੀ ਹੈ। ਤੇ ਸੁਗੰਧ ਕਰ ਕੀਟੀ ਆਈ, ਭਈ ਬਹੁਤ ਇਕੱਠੀ ਤੇ ਠਾਈ। ਤੇ ਜਦੋਂ ਉਸ ਮਿੱਠੇ ਦੀ ਪਈ ਹੋਈ ਬੂੰਦ ਨੂੰ ਕੀੜੀਆਂ ਕੋਲ ਜਦੋਂ ਸਾਧ ਸੰਗਤ ਦੀ ਵਾਸ਼ਨਾ ਆਈ ਹੈ, ਤਾਂ ਬਹੁਤ ਸਾਰੀਆਂ ਕੀੜੀਆਂ ਦਾ ਇਕੱਠ ਆਇਆ ਏ, ਤੇ ਭਾਈ ਮਰਦਾਨਾ ਜੀ ਦੇ ਪੇਟ ਦੇ ਉੱਪਰ ਸਾਧ ਸੰਗਤ ਜੀ ਉਹ ਕੱਟ ਚੜਿਆ ਹੈ। ਇੱਕ ਪਪੀਲ ਕਾ ਕਾਟਿਓ ਜਬ ਹੀ, ਜਾਗ ਬਲੀ ਮਰਦਾਨੇ ਸਭ ਹੀ। ਤੇ ਹੁਣ ਜਦੋਂ ਇੱਕ ਕੀੜੀ ਨੇ ਭਾਈ ਮਰਦਾਨਾ ਜੀ ਦੇ ਪੇਟ ਦੇ ਉੱਪਰ ਕੱਟਣਾ ਕੀਤਾ ਹੈ, ਤੇ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਦੀ ਜਾਗ ਖੁੱਲੀ ਹੈ। ਭਾਈ ਮਰਦਾਨਾ ਜੀ ਇੱਕਦਮ ਉੱਠੇ ਨੇ ਤੇ ਕੀ ਕੀਤਾ ਕਿ ਸਾਰੀਆਂ ਕੀੜੀਆਂ ਨੂੰ ਮਾਰ ਮੁਕਾਇਆ ਹੈ। ਮਰੀ ਸਰਬ ਪੁਨ ਲੱਗਿਓ ਨਿਹਾਰਨ, ਤਬ ਸ੍ਰੀ ਗੁਰ ਕੀ ਬਚਨ ਉਚਾਰਨ। ਤੇ ਜਦੋਂ ਸਾਰੀਆਂ ਕੀੜੀਆਂ ਸਾਧ ਸੰਗਤ ਜੀ ਮਰੀਆਂ ਨੇ, ਤੇ ਭਾਈ ਮਰਦਾਨਾ ਜੀ ਉਹਨਾਂ ਕੀੜੀਆਂ ਦੇ ਵੱਲ ਵੇਖਣ ਲੱਗਾ ਏ, ਤੇ ਵੇਖਦਿਆਂ ਵੇਖਦਿਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਚਨ ਉਚਾਰੇ ਨੇ। ਉਹ ਬਚਨ ਕੀ ਨੇ? ਕਾਟਿਓ ਏਕ ਬਹੁਤ ਤੈ ਮਾਰੀ, ਮਰਦਾਨੇ ਉਰ ਲਿਹੋ ਵਿਚਾਰੀ। ਤੇ ਕਹਿਣ ਲੱਗੇ ਨੇ, ਮਰਦਾਨਿਆ ਪੇਟ ਤਾਂ ਤੇਰਾ ਇੱਕ ਕੀੜੀ ਨੇ ਕੱਟਿਆ ਸੀ, ਪਰ ਤੂੰ ਸਾਰੀਆਂ ਕੀੜੀਆਂ ਨੂੰ ਮਾਰਿਆ ਏ। ਤੇ ਹੁਣ ਤੂੰ ਆਪਣੇ ਮਨ ਦੇ ਵਿੱਚ ਇਹ ਗੱਲ ਨੂੰ ਵਿਚਾਰਨਾ ਕਰ ਕਿ ਇਹਦਾ ਸਿੱਟਾ ਕੀ ਹੈ।
दोहरा समझो तब हिरदे बिख जोर हाथ दीना। ते भाई मरदाना जी साध संगत जी सारी गल समझ आई। समझ दे विच की आई है कि कीड़ी ने तां एक ने मेरे कट्टिया सी, पर उस कीड़ी दी गलती कारण सारियां कीड़ियां नूं मरना पिया। ये गल साध संगत जी उहदे हिरदे दे विच हुण प्रबल हुई है। ते भाई मरदाना जी हुण गुरु नानक देव जी महाराज जी द्वारा ये वरताई हुई रीति समझे ने, ते दोवें हाथ जोड़ करके गुरु नानक देव जी महाराज जी दे अगे भाई मरदाना जी ने बेनती की है। बेनती की है, मन की बूझो सर्वगत कृपा निदान प्रवीना। ते कहन लगे ने कि कृपा निदान सुखां दे दाते गुरु जी तुसी सारे दे मनां दी बुझनहार हो, ते तुसी सारियां जीवां ते दया करन वाले दया दे घर हो। चौपई इस बिद बासे करत बिलासु सत संद जग भगत परकासु। हुण इस तरह गुरु नानक देव जी महाराज ते भाई मरदाना जी संध्या दे समय तक साध संगत जी उस स्थान ते बड़े आनंद दे विच बैठे ने, ते एक दूसरे दे नाल आपस दे विच बड़े आनंद दे नाल वार्तालाप कर रहे हन। लालो ध्वजपुर मह तब आए निज परवारन कीत बसाए। ते तदों भाई लालो जी ते भाई लालो जी दे नाल ब्राह्मण आया है जिन्हें गुरु नानक देव जी महाराज जी नूं प्रसादा छकाया सी। बड़ी भावना सी उस ब्राह्मण दे मन दे विच। हुण उस नगर दे विच आए ने ते साध संगत जी उन्हां ने घर वसाउणा कीता है। सरब प्रेतांत देख पुर केरा महाभयान लगे चौफेरा। ते जदों भाई लालो ते उस ब्राह्मण जिन्हें गुरु नानक देव जी महाराज जी दे अगे बहुती भावना दे नाल अहमदाबाद दे विच लंगर रखिया सी, उन्हां जदों साध संगत जी अहमदाबाद दे विच आ करके सारी हालत देखी है नगर दी, सारे नगर दे चौफेरे नूं जदों तकिया है ते बहुता भयानक जिहड़ा भाई लालो जी नूं ओह नगर लग रहा है। पुन दोनों प्रभ टिक चल आए पद पंकज पर लपटाए। उदों फिर ओ दोवें भाई लालो जी ते ओ ब्राह्मण गुरु नानक देव जी महाराज जी दे कोल आए ने, ते साध संगत जी हाथ जोड़ के गुरु नानक देव जी महाराज जी दे अगे बेनती कर रहे ने। दोनों चरण जिहड़े गुरु नानक देव जी महाराज जी दे उन्हां ने पकड़ने कीते हन। भान समान स्वरूप निहारा अबक अंबुज बिकसे चारा। उन्हां दोनों ने गुरु नानक देव जी महाराज जी का जो सूरज रूपी मुखड़ा सी, कवल रूपी जिहड़े नैन सन, वो आ करके जदों तकने कीते ने। अनक भांत की उस्तत ठानी परम प्रसीदत पे गुण खानी। बहुत तरह की उस्तत उन्हां दोनों ने गुरु नानक देव जी महाराज जी की करनी की है, ते बहुता भाव भाव के बहुता प्यार जिहड़ा वो मन दे विच धारिया होया है, ते गुरु नानक देव जी महाराज जी की सेवा दे विच हाजिर होए हन। दोनों नगर बिखा पुन जाई
ਅਨਕ ਪ੍ਰਕਾਰਣ ਮੈਂ ਮੰਗਾਈ। ਤੇ ਸਾਧ ਸੰਗਤ ਜੀ ਭਾਈ ਲਾਲੋ ਤੇ ਉਹ ਬ੍ਰਾਹਮਣ ਮੁੜ ਆਪਣੇ ਨਗਰ ਦੇ ਵਿੱਚ ਗਏ ਨੇ। ਜਾ ਕੇ ਨਗਰ ਦੇ ਵਿੱਚ ਵਾਸਾ ਕੀਤਾ ਏ ਤੇ ਉਹਨਾਂ ਨੇ ਫਿਰ ਜਾ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਹੁਤੀ ਪ੍ਰਸ਼ੰਸਾ ਕਰਨੀ ਕੀਤੀ ਹੈ। ਹਿੰਦੂ ਤੁਰਕ ਹੁਤੇ ਸਭ ਜੀ ਆਨ ਚਰਨ ਲਪਟਾਨੇ ਤੇ ਜਦੋਂ ਭਾਈ ਲਾਲੋ ਜੀ ਦੇ ਮੁਖ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਸਤਤ ਸੁਣੀ ਹੈ ਤੇ ਜਿਹੜੇ ਉਸ ਸਥਾਨ ਤੇ ਸਾਧ ਸੰਗਤ ਜੀ ਹਿੰਦੂ ਵੀਰ ਸਨ ਜਾਂ ਮੁਸਲਮਾਨ ਵੀਰ ਸਨ, ਉਹ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਤੀ ਮਨ ਦੇ ਵਿੱਚ ਸ਼ਰਧਾ ਧਾਰਨ ਕਰਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਸੀਸ ਭੇਟ ਕਰ ਰਹੇ ਹਨ। ਪੀਰ ਭਾਈ ਬਹੁ ਦਿਸ ਜਗਤੇਸ਼ਾ ਸਤਨਾਮ ਦੀਨੋ ਉਪਦੇਸ਼ਾ। ਤੇ ਜਦੋਂ ਬਹੁਤੀ ਭੀੜ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਲਾਗੇ ਇਕੱਤਰ ਹੋਈ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਭੀੜ ਦੇ ਵਿੱਚ ਲੋਕਾਂ ਨੂੰ ਉਪਦੇਸ਼ ਦਿੱਤਾ ਏ ਕਿ ਰਾਜਨ ਹਮੇਸ਼ਾ ਸਤਨਾਮ ਦਾ ਜਾਪ ਤੁਸੀਂ ਇੱਕ ਸੁਰਤ ਹੋ ਕਰਕੇ ਪਰਮਾਤਮਾ ਦੀ ਯਾਦ ਦੇ ਵਿੱਚ ਜੁੜ ਕਰਕੇ ਕਰਨਾ ਹੈ। ਸੰਤ ਆਤਿਥ ਕੀ ਸੇਵਾ ਕਰਨੀ ਤਿਹ ਕੀ ਮਹਿਮਾ ਬਹੁ ਬਿਦ ਕਰਨੀ। ਤੇ ਜਿਹੜਾ ਵੀ ਤੁਹਾਡੇ ਨਗਰ ਦੇ ਵਿੱਚ ਸੰਤ ਆਵੇ ਜਾਂ ਕੋਈ ਰੱਬ ਦਾ ਪਿਆਰਾ ਫਕੀਰ ਆਵੇ, ਮਨ ਦੇ ਵਿੱਚ ਬਹੁਤ ਹੀ ਸ਼ਰਧਾ ਧਾਰਨ ਕਰਕੇ ਤੇ ਉਸ ਫਕੀਰ ਦੀ ਸੇਵਾ ਤੁਸੀਂ ਕਰਨੀ ਹੈ, ਜਿਹਦੇ ਨਾਲ ਤੁਹਾਡੇ ਨਗਰ ਦੇ ਵਿੱਚ ਸੁਖ ਸ਼ਾਂਤੀ ਤੇ ਤੁਹਾਡੇ ਨਗਰ ਦੀ ਸ਼ੋਭਾ ਜਿਹੜੀ ਉਹ ਚਾਰੇ ਪਾਸੇ ਫੈਲ ਜਾਵੇਗੀ। ਦਵੈ ਦਿਨ ਪੁਨ ਪ੍ਰਭ ਤਾ ਬਿਤਾਏ ਗਮਣੇ ਅਪਰਥਾਨ ਮਨ ਪਾਏ। ਹੁਣ ਉਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ 2 ਦਿਨ ਦਾ ਸਮਾਂ ਸਾਧ ਸੰਗਤ ਜੀ ਬਿਤਾਇਆ ਹੈ। 2 ਦਿਨ ਦਾ ਸਮਾਂ ਬਿਤਾਉਣ ਤੋਂ ਬਾਅਦ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਜਿਹੜੀ ਅਸਥਾਨ ਚੰਗੀ ਲੱਗੀ ਹੈ, ਉਸ ਅਸਥਾਨ ਤੇ ਕਿਰਪਾ ਦੇ ਘਰ ਸੁਖਾਂ ਦੇ ਦਾਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਚੱਲ ਪਏ ਹਨ। ਸੰਤਨ ਚੀਰ ਸਰੀਰ ਸਾਜੇ ਸੁਭਾਗ ਸਿਤਾ ਸਿਤ ਸ਼ੁਮਸ਼ ਬਿਰਾਜੇ। ਤੇ ਸਾਧ ਸੰਗਤ ਜੀ ਸੰਤਾਂ ਵਾਲੇ ਬਸਤਰ ਮਹਾਰਾਜ ਜੀ ਨੇ ਤਨ ਤੇ ਧਾਰਨ ਕੀਤੇ ਹੋਏ ਨੇ ਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਿੱਟੇ ਰੰਗ ਦਾ ਪ੍ਰਕਾਸ਼ ਚਿਹਰੇ ਤੇ ਇਸ ਤਰ੍ਹਾਂ ਸ਼ੋਭ ਰਿਹਾ ਹੈ, ਮੰਨ ਲਓ ਕਿ ਜਿਵੇਂ ਚੰਦਰਮਾ ਦਾ ਜਿਹੜੀ ਰੋਸ਼ਨੀ ਹੈ ਉਹ ਸਾਰੇ ਸੰਸਾਰ ਨੂੰ ਰੋਸ਼ਨ ਕਰ ਰਹੀ ਹੋਵੇ। ਤੀਨ ਲੋਕ ਕਾ ਕਰਤਾ ਜੋ ਵੇਖ ਫਕੀਰੀ ਵਿਚਰਤ ਜੋ। ਹੁਣ ਕੁਝ ਸਮਾਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਤੱਖ ਹਰੀ ਦਾ ਰੂਪ ਸਨ, ਜਿਹੜੇ 3 ਲੋਕਾਂ ਦੇ ਰਾਜੇ ਸਨ, ਇਸ ਜਗਤ ਨੂੰ ਪਾਲਣਹਾਰ ਸਨ, ਜਿਨ੍ਹਾਂ ਨੇ ਇਸ ਕੁਦਰਤ ਨੂੰ ਸਾਜਿਆ ਏ। ਸਾਧ ਸੰਗਤ ਜੀ ਕੁਝ ਸਮਾਂ ਪਹਿਲਾਂ ਉਹ ਫਕੀਰਾਂ ਦਾ ਭੇਖ ਧਾਰਨ ਕਰਕੇ ਤੇ ਆਪਣੀ ਮੰਜ਼ਿਲ ਵੱਲ ਵਧ ਰਹੇ ਸਨ। ਮੰਦ ਮੰਦ ਮਗ ਬਿਖਾ ਸੁਹਾਏ ਸਸੁਰੇ ਨਗਰ ਨਿਕਟ ਚਲ ਆਏ। ਭਾਈ ਮਰਦਾਨਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੇ ਹੌਲੀ ਹੌਲੀ ਆਪਣੇ ਰਸਤੇ ਤੇ ਚੱਲ ਰਹੇ ਨੇ ਤੇ ਸਾਧ ਸੰਗਤ ਜੀ ਚਲਦਿਆਂ ਜਦੋਂ ਰਸਤਾ ਤੈਅ ਕੀਤਾ ਸਸੁਰੇ ਨਗਰ ਨਿਕਟ ਚਲ ਆਏ ਤੇ ਤੁਰਦਿਆਂ ਉਸ ਸਥਾਨ ਤੇ ਪਹੁੰਚੇ ਨੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਸਹੁਰੇ ਸਨ।
ਵਹਿਰ ਅਜਿੱਤੇ ਕੂਪ ਸੁਹਾਇਆ, ਹੋਤੀ ਸਗਨ ਸੁੰਦਰ ਤੇ ਛਾਇਆ। ਤੇ ਨਗਰ ਦੇ ਵਿੱਚ ਜਾ ਕਰਕੇ ਬੈਠੇ ਕਿੱਥੇ ਨੇ? ਜਿੱਥੇ ਸਾਧ ਸੰਗਤ ਜੀ ਅਜਿੱਤੇ ਰੰਧਾਵੇ ਦਾ ਖੂਹ ਬਣਿਆ ਹੋਇਆ ਹੈ, ਤੇ ਖੂਹ ਦੇ ਉੱਪਰ ਬਹੁਤ ਸਾਰੇ ਰੁੱਖਾਂ ਦੀ ਛਾਂ ਸੰਘਣੀ ਹੈ, ਜਿਹਦੇ ਹੇਠਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਦੇ ਮਾਲਕ ਤੇ ਉਹਨਾਂ ਦਾ ਸਾਥੀ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਬੈਠ ਰਹੇ ਨੇ। ਤੇ ਸਾਧ ਸੰਗਤ ਦੇਖ ਥਾਨ ਰਮਨੀਕ ਗੁਸਾਈ, ਹੈਗਾ ਬਿਗਸਾਈ। ਗੁਰੂ ਨਾਨਕ ਦੇਵ ਜੀ ਹੈ ਇਸ ਸਥਾਨ ਤੇ ਕਿਸੇ ਤਰ੍ਹਾਂ ਦੀ ਕੋਈ ਹਲਚਲ ਨਹੀਂ, ਬਹੁਤਾ ਸੁਖਦਾਇਕ ਜੀਵਨ ਹੈ ਇਸ ਸਥਾਨ ਤੇ। ਇਸ ਸਥਾਨ ਦੇ ਵਿੱਚ ਧਾਰਨਾ ਕਰਕੇ ਭਾਈ ਬਾਲਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਸਥਾਨ ਤੇ ਬੈਠੇ ਹਨ। ਵਿਸਾਲ ਕੀਨ ਸਭ ਦੇਸ਼ਾ, ਹੋ ਤੀਨ ਦੇਸ਼ ਐਸ ਜਗ ਤੇ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉਹਨਾਂ ਨੇ ਦੁਨੀਆ ਦੇ ਭਾਵ ਕਿ ਜਿੱਥੇ ਵੀ ਸਨ, ਜਿਨ੍ਹਾਂ ਦਾ ਮਨ ਵਿਸ਼ੇ ਸੀ, ਉਹਨਾਂ ਸਾਰੇ ਲੋਕਾਂ ਨੂੰ ਗੁਰੂ ਅੱਜ ਉਪਦੇਸ਼ ਦਿੰਦੇ ਹੋਏ ਅਬ ਮਗਨ ਤੇ ਕਹਿਣ ਲੱਗੇ ਨੇ ਮਰਦਾਨਿਆ, ਤੇ ਆ ਦੇਖ ਕਿੰਨੀ ਰਮਣੀਕ ਸਥਾਨ ਹੈ, ਜਿੱਥੇ ਕਿਸੇ ਤਰ੍ਹਾਂ ਨਹੀਂ ਉਸ ਕਰਤਾਰ ਦੇ ਗੁਣ ਜਿਹੜੇ ਨੇ ਉਹ ਗਾਉਣਾ ਕਰੀਏ ਇਸ ਸਥਾਨ ਤੇ। ਕਤ ਦੌਰਾ ਸੁਧ ਕੀ ਕੁਲਾ ਜਿਸ ਠੌਰਾ। ਤੇ ਜਦੋਂ ਸਾਧ ਸੰਗਤ ਜੀ ਖੇਤਾਂ ਦੇ ਵਿੱਚ ਜਗਤ ਦੇ ਸਾਈਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਥੀ ਭਾਈ ਮਰਦਾਨਾ ਜੀ ਨੂੰ ਕਿਸੇ ਲੋਕ ਸੰਗਤ ਜੀ ਖਬਰ ਕੀਤੀ ਹੈ, ਵਹਿਰ ਜਮਾਤਾ ਆਇਓ ਤੇਰੋ, ਨਿਕਸੇ ਜੇ ਭਾਕਾਲ ਕਨੇਰੋ। ਤੇ ਕਹਿਣ ਲੱਗੇ ਨੇ, ਮੂਲਿਆ ਤੂੰ ਇੱਥੇ ਅਣਜਾਣ ਬੈਠਾ ਏ, ਬਾਹਰ ਖੇਤਾਂ ਦੇ ਵਿੱਚ ਜਿਹਦੇ ਨਾਲ ਤੇਰੀ ਸੁਲੱਖਣੀ ਵਿਆਹੀ ਹੋਈ ਹੈ ਨਾ, ਉਹ ਬਾਹਰ ਖੇਤਾਂ ਦੇ ਵਿੱਚ ਆ ਕਰਕੇ ਬੈਠਾ ਹੋਇਆ ਏ, ਜਿਹੜਾ ਬਹੁਤੇ ਸਮੇਂ ਤੋਂ ਆਪਣੇ ਘਰ ਤੋਂ ਦੂਰ ਹੈ। ਨਾ ਉੱਠ ਤਾਇਓ ਜਿੱਤੇ ਕੋਲੇ ਆਇਓ। ਤੇ ਜਦੋਂ ਸਾਧ ਸੰਗਤ ਦੀ ਖਬਰ ਜਾ ਕਰਕੇ ਦੱਸੀ, ਤੇ ਮੂਲੇ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਹੈ, ਤੇ ਜਿਹੜੇ ਆਸਣ ਤੇ ਮੂਲਾ ਬੈਠਾ ਹੋਇਆ ਹੈ, ਤੇ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਅਜਿੱਤੇ ਦੇ ਖੂਹ ਤੇ ਆਣ ਕੇ ਬੈਠੇ ਹੋਏ ਨੇ, ਤੇ ਸਾਧ ਸੰਗਤ ਜੀ ਉੱਠ ਕਰਕੇ ਅਜਿੱਤੇ ਨੂੰ ਨਾਲ ਲੈ ਕੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਹੋਏ ਨੇ ਉਸ ਸਥਾਨ ਤੇ ਜਾਣਾ ਕੀਤਾ। ਵਹਿਰ ਜਮਾਤਾ ਆਇਓ ਤੇਰੋ, ਕਬ ਕੋ ਰਹਿਓ ਕ੍ਰੋਧ ਉਰ ਪੂਰੀ, ਫੇ ਕਫ ਕੀਰੀ ਦੇਖਿਓ ਦੂਰੀ। ਤੇ ਸਾਧ ਸੰਗਤ ਜੀ ਬਹੁਤਾ ਸਮਾਂ ਮੂਲੇ ਨੂੰ ਆਪਣੇ ਜਵਾਈ ਗੁਰੂ
ਜੀ ਦੇ ਨਾਲ ਦੇ ਵਿੱਚ ਗੁੱਸਾ ਵੀ ਸੀ ਕਿ ਕਿਤਨਾ ਸਮਾਂ ਹੋਇਆ ਏ ਕਿ ਕਦੀ ਮੇਲ ਹੀ ਨਹੀਂ ਹੋਇਆ ਗੁਰੂ ਨਾਲ। ਸਾਧ ਸੰਗਤ ਜੀ ਜਾ ਫਕੀਰੀ ਭੇਖ ਦੇ ਵਿੱਚ ਆਦਕ ਕ੍ਰੋਧ ਹਿਰਦੇ ਮੈਂ ਗਏ ਤੇ ਕ੍ਰੋਧ ਦੇ ਵਿੱਚ ਜਾ ਕਰਕੇ ਨੇ ਕੀਤੇ ਨੇ ਤੇ ਸਾਧ ਸੰਗਤ ਰਾਜ ਜੀ ਦੀ ਲਾਗੇ ਜਾ ਬਹੁਤ ਬਚਨ ਅਲਾਵਾ ਸ਼ਾ ਕਰਨ ਪੁਨ ਆਵਾ। ਸਥਾਨ ਨਾ ਸਮਾਂ ਹੋਇਆ ਏ ਨਾ ਤਾਂ ਕਦੀ ਸੁਲੱਖਣੀ ਸਾਡੇ ਕੋਲ ਆਈ ਹੈ, ਕਦੀ ਤੁਸੀਂ ਫੇਰਾ ਪਾਉਣਾ ਕੀਤਾ ਹੈ। ਭਿਖ ਹੀ ਸਹੋਦਰ ਜਬ ਇਸ ਚਾਲਾ ਪੈ ਮੁਝੇ ਬਿਸਾਲਾ। ਤੇ ਕਹਿਣ ਲੱਗੇ ਨੇ ਕਿ ਜਿਸ ਵੇਲੇ ਮੇਰਾ ਭਰਾ ਇਸ ਹਾਲਤ ਨੂੰ ਦੇਖੇਗਾ ਉਹ ਬਹੁਤਾ ਦੁਖੀ ਹੋਵੇਗਾ, ਮਨ ਦੇ ਵਿੱਚ ਬਹੁਤ ਦੁੱਖ ਉਹਦੇ ਹੋਵੇਗਾ। ਨਿਜ ਇਸਤਰੀ ਤਜ ਕਰ ਸੁਤ ਦੋ ਆਈ ਸੁਧ ਲੀਨੀ ਕੋ। ਤੇ ਕਹਿਣ ਲੱਗੇ ਨੇ ਕਿ ਤੇਰੇ ਘਰ ਦੇ ਵਿੱਚ 2 ਪੁੱਤਰ ਸਨ ਜਿਨ੍ਹਾਂ ਨੂੰ ਤੂੰ ਜਨਮ ਦਿੱਤਾ ਸੀ। ਇੱਕ ਤੇਰੀ ਇਸਤਰੀ ਸੀ ਘਰ ਦੇ ਵਿੱਚ ਜਿਨ੍ਹਾਂ ਨੂੰ ਕਿੰਨਾ ਸਮਾਂ ਹੋਇਆ ਤੂੰ ਤਿਆਗ ਕੇ ਆਇਆ ਏ, ਕਦੀ ਤੂੰ ਉਹਨਾਂ ਦੀ ਖਬਰ ਜਾਂ ਸਾਰ ਨਹੀਂ ਲੈਣੀ ਕੀਤੀ। ਸ੍ਰੀ ਚੰਦ ਜੈ ਕੀਨੇ ਅਨੰਦ ਬਿਲਾਸ ਨੇ अपना जब को लोक कि जदों ते अकाल वस ਜਦੋਂ ਉਹਨਾਂ ਦੋਨਾਂ ਨੇ ਅਕਾਲ ਚਲਾਣਾ ਕੀਤਾ ਏ ਤਾਂ ਤੇਰਾ ਵੱਡਾ ਪੁੱਤਰ ਵੀ ਮੇਰੇ ਘਰ ਦੇ ਵਿੱਚ ਆ ਕਰਕੇ ਰਹਿਣ ਲੱਗਾ ਏ। ਚੌਪਈ ਸਭ ਕੀ ਮੈਂ ਪ੍ਰਿਤ ਪਾਰਣ ਕੀਨੀ ਇਨ ਕੀਨੀ। ਤੇ ਇੰਨਾ ਸਾਹ ਹੈ ਇਹਨੂੰ ਤਾਂ ਇਹਨਾਂ ਦਾ ਕੋਈ ਫਿਕਰ ਨਹੀਂ ਸੀ, ਇਹਨਾਂ ਦੀ ਸਾਰ ਕਦੀ ਵੀ ਤੂੰ ਆ ਕਰਕੇ ਨਹੀਂ ਲੈਣੀ ਕੀਤੀ। ਉਹ ਨਾ ਤੋ ਫਕੀਰ ਜੇ ਐਸੇ ਨਿਜ ਪਰਵਾਰ ਸਹੇਰਿਓ ਕੈਸੇ। ਤੇ ਕਹਿਣ ਲੱਗੇ ਨੇ ਕਿ ਜੇਕਰ ਤੂੰ ਫਕੀਰੀ ਦਾ ਭੇਸ ਹੀ ਧਾਰਨ ਕਰਨਾ ਸੀ, ਜੇਕਰ ਤੂੰ ਦੁਨੀਆ ਦੇ ਉੱਪਰ ਘੁੰਮਣਾ ਸੀ ਫਿਰਨਾ ਸੀ, ਤਾਂ ਆ ਜਿਹੜਾ ਪਰਿਵਾਰ ਤੈਨੂੰ ਦਿਸ ਰਿਹਾ ਏ ਜਿਹਦੇ ਵਿੱਚ ਤੇਰੇ 2 ਪੁੱਤਰ ਨੇ, ਇੱਕ ਤੇਰੀ ਨਿਜ ਇਸਤਰੀ ਹੈ, ਤੂੰ ਉਹ ਪਰਿਵਾਰ ਨੂੰ ਫਿਰ ਕਿਉਂ ਸਹੇੜਨਾ ਕੀਤਾ ਸੀ, ਇਹਨਾਂ ਪੁੱਤਰਾਂ ਨੂੰ ਕਿਉਂ ਜਨਮ ਦਿੱਤਾ ਸੀ। ਸ੍ਰੀ ਨਾਨਕ ਸੁਨਤੇ ਸਭ ਰਹੇ ਵਾਕ ਨਾ ਮੁਖ ਤੇ ਕਹੇ। ਨਾਨਕ ਦੇਵ ਜੀ ਮਹਾਰਾਜ
ਉਹਨਾਂ ਦਾ ਸਹੁਰਾ ਉਹਨਾਂ ਨੂੰ ਇੰਨੇ ਕਠੋਰ ਬਚਨ ਬੋਲ ਰਿਹਾ ਹੈ, ਉਹ ਵੀ ਕ੍ਰੋਧ ਦੇ ਵਿੱਚ ਕਿੰਨਾ ਮਾੜਾ ਕਹਿ ਰਿਹਾ ਹੈ। ਪਰ ਰਾਜ ਜੀ ਦੀ ਵੇਖੋ ਅਵਸਥਾ ਕਿਸ ਤਰ੍ਹਾਂ ਦੀ ਹੈ। ਸਾਧ ਸੰਗਤ ਜੀ, ਆਪਣੇ ਸਹੁਰੇ ਨੂੰ ਪਿਤਾ ਦੇ ਸਮਾਨ ਜਾਣਦੇ ਹੋਏ ਆਪਣੇ ਮੁਖ ਤੋਂ ਇੱਕ ਵੀ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਨਹੀਂ ਉਚਾਰਿਆ। ਬਹੁਤਾ ਸਮਾਂ ਤੂਸ਼ਣ ਭਾਵ ਕੇ ਚੁੱਪ ਕਰਕੇ ਖੜੇ ਰਹੇ ਨੇ। ਤਬ ਹੈ ਅਜਿੱਤੇ ਨੇ ਸਮਝਾਇਓ, ਕਹਿ ਨ ਕਠੋਰ ਨ ਤੁਮ ਬਨ ਆਇਓ। ਤੇ ਹੁਣ ਜਿਹੜਾ ਅਜਿੱਤਾ ਰੰਦਾ ਜਿਹਦੇ ਖੂਹ ਦੇ ਉੱਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਸਨ, ਉਸ ਅਜਿੱਤੇ ਦੇ ਮਨ ਦੇ ਵਿੱਚ ਦਇਆ ਆਈ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਿਹਰੇ ਨੂੰ ਜਦੋਂ ਦੇਖਿਆ ਤੇ ਕਹਿਣ ਲੱਗਾ ਹੈ ਕਿ ਰਾਜਨ, ਆ ਜਿਹੜੇ ਤੂੰ ਕਠੋਰ ਬਚਨ ਆਪਣੀ ਰਸਨਾ ਤੋਂ ਬੋਲੇ ਨੇ, ਇਹ ਤੈਨੂੰ ਬੋਲਣੇ ਨਹੀਂ ਚਾਹੀਦੇ ਸਨ। ਇਹ ਤਾਂ ਕੋਈ ਰੱਬ ਦਾ ਪਿਆਰਾ ਏ ਜਿਹੜਾ ਤੇਰੇ ਅੱਗੇ ਚੁੱਪ ਕਰਕੇ ਖੜਾ ਹੈ। ਇਸ ਬਿਦ ਕੈ ਨਿਜ ਸਾਧਨ ਸਿਧਾਇਓ, ਬਹੁ ਉੱਤਮ ਭੋਜਨ ਬਨਵਾਇਓ। ਇਸ ਤਰ੍ਹਾਂ ਸਾਧ ਸੰਗਤ ਜੀ ਮੂਲੇ ਨੇ ਜਦੋਂ ਬਚਨ ਕੀਤੇ ਨੇ, ਆਪਣੇ ਘਰ ਦੇ ਵਿੱਚ ਜਾ ਕਰਕੇ ਆਪਣੇ ਜਿਹੜੇ ਰਸੋਈਏ ਰੱਖੇ ਹੋਏ ਨੇ ਉਹਨਾਂ ਨੂੰ ਹੁਕਮ ਕੀਤਾ ਏ ਕਿ ਬਹੁਤਾ ਉੱਤਮ ਭਾਵ ਕਿ ਜਿਹੜਾ ਸਵਾਦਿਸ਼ਟ ਭੋਜਨ ਹੈ ਉਹ ਤੁਸੀਂ ਬਣਵਾਉਣਾ ਕਰੋ। ਚਾਰ ਚੀਰਲੇ ਕਰਨ ਜਹਾਥਾ, ਗਮਣਿਓ ਬਹਰ ਨਿਕਟ ਜਗਨਾਥਾ। ਮਾੜੇ ਬਚਨ ਬੋਲਣ ਤੋਂ ਬਾਅਦ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਸਹੁਰਾ ਹੈ ਮੂਲਾ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਲਈ ਸੁੰਦਰ ਬਸਤਰ, ਸੋਹਣੇ ਬਸਤਰ, ਸੋਹਣੀਆਂ ਭੇਟਾਵਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਲੈ ਕਰਕੇ ਗਿਆ ਹੈ। ਤੇ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਬਚਨ ਕੀਤੇ ਨੇ। ਰਿਸ ਸੋ ਜਰਤ ਜਾਸ ਕੀ ਛਾਤੀ, ਬ੍ਰਿਕ ਤਰੀਤ ਹਿਰਦੇ ਨ ਸੁਹਾਤੀ। ਹੁਣ ਮੂਲੇ ਦੇ ਮਨ ਦੇ ਵਿੱਚ ਕ੍ਰੋਧ ਸੀ। ਮੂਲੇ ਦਾ ਜਿਹੜਾ ਸਾਧ ਸੰਗਤ ਜੀ ਮਨ ਸੀ, ਹਿਰਦਾ ਸੀ, ਉਹ ਸੜ ਰਿਹਾ ਸੀ। ਕਿਉਂ? ਕਿਉਂਕਿ ਉਹ ਜਿਹੜਾ ਫਕੀਰੀ ਭੇਸ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਤਨ ਤੇ ਧਾਰਨ ਕੀਤਾ ਹੋਇਆ ਸੀ, ਜਦੋਂ ਇਹ ਪਾਇਆ ਦੇਖਿਆ ਇਹ ਤੇ ਮੂਲੇ ਦੇ ਮਨ ਦੇ ਵਿੱਚ ਬਹੁਤਾ ਸਾਧ ਸੰਗਤ ਜੀ ਦੁੱਖ ਹੋਇਆ ਕਿ ਮੇਰਾ ਜਵਾਈ ਹੋਵੇ ਤੇ ਇਸ ਤਰ੍ਹਾਂ ਦੇ ਕੱਪੜੇ ਪਾਏ ਹੋਣ। ਕੀਮਤੀ ਭੇਟਾਵਾਂ ਲੈ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਪਹੁੰਚਿਆ ਹੈ। ਭੋਜਨ ਧਰ ਕੈ ਗਿਰਾ ਅਲਾਈ, ਖਾਵੋ ਤੂੰ ਨਿਤ ਕੋ ਦੁਖਦਾਈ। ਤੇ ਸਾਧ ਸੰਗਤ ਜੀ, ਭੋਜਨ ਤਾਂ ਬੜੇ ਪਿਆਰ ਦੇ ਨਾਲ ਬਣਵਾਇਆ ਹੈ। ਆਪਣੇ ਜਿਹੜੇ ਬਾਵਰਚੀ ਰੱਖੇ ਹੋਏ ਨੇ ਉਹਨਾਂ ਨੂੰ ਕਿਹਾ ਹੈ ਕਿ ਸਵਾਦਿਸ਼ਟ ਭੋਜਨ ਬਣਾਓ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਜਦੋਂ ਉਹ ਭੋਜਨ ਜਾ ਕਰਕੇ ਰੱਖਿਆ ਹੈ ਨਾ, ਤੇ ਜਾ ਕਰਕੇ ਬਚਨ ਭਲਾ ਕੀ ਕੀਤੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ? ਕਹਿਣ ਲੱਗੇ ਨੇ ਕਿ ਆ ਜਿਹੜਾ ਭੋਜਨ ਮੈਂ ਲਿਆਂਦਾ ਹੈ ਨਾ, ਤੇ ਰੋਜ਼ਾਨਾ ਮੈਨੂੰ ਦੁੱਖ ਦੇਣ ਵਾਲਿਆ, ਰੋਜ਼ਾਨਾ ਦੁੱਖਾਂ ਦੀ ਪ੍ਰਾਪਤੀ ਕਰਵਾਉਣ ਵਾਲਿਆ, ਆ ਜਿਹੜਾ ਭੋਜਨ ਹੈ ਇਹ ਤੂੰ ਆਪ ਵੀ ਛਕਣਾ ਕਰ ਤੇ ਜਿਹੜੇ ਤੇਰੇ ਨਾਲ ਸਾਥੀ ਨੇ ਉਹਨਾਂ ਨੂੰ ਵੀ ਛਕਾਉਣਾ ਕਰ। ਹੁਣ ਸਾਧ ਸੰਗਤ ਜੀ, ਇਸ ਤਰ੍ਹਾਂ ਮੂਲੇ ਦੇ ਮਨ ਦਾ ਬਹੁਤ ਗੁੱਸਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪ੍ਰਤੀ, ਕਿਉਂਕਿ ਬਹੁਤਾ ਸਮਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨਹੀਂ ਸਨ ਮਿਲੇ, ਜਿਹਦੇ ਕਾਰਨ ਮਨ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਭੋਜਨ ਲਿਆ ਕਰਕੇ ਰੱਖਿਆ ਹੈ ਤੇ ਬੜੇ ਗੁੱਸੇ ਦੇ ਨਾਲ ਬਚਨ ਕੀਤੇ ਨੇ। ਹੁਣ ਸਾਧ ਸੰਗਤ ਜੀ, ਕੱਲ ਸਰਵਣ ਕਰਾਂਗੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਸਹੁਰਾ ਸਾਹਿਬ ਦੇ ਨਾਲ, ਮੂਲੇ ਦੇ ਨਾਲ ਕੀ ਬਚਨ ਕਰਨਗੇ, ਉਹ ਆਪਾਂ ਸਾਧ ਸੰਗਤ ਜੀ ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ। ਐਸਾ ਗੁਰੂ
ਜਿਨ੍ਹਾਂ ਨੇ ਆਪਣੇ ਸੌਰਾ ਸਾਹਿਬ ਦੇ ਗਾੜੀ ਪਾ ਕੇ ਮੂਲਾ ਜੀ ਦੇ ਗਾੜੀ ਕੋਈ ਵੀ ਸ਼ਬਦ ਜਿਹੜੇ ਨਹੀਂ ਉਚਾਰਣੇ ਕੀਤੇ, ਇੰਨੇ ਸ਼ਕਤੀਵਾਨ ਸਨ, ਇੰਨੇ ਕਲਾਵਾਨ ਸਨ। आओ उन्होंने प्रति सासंग जी वचन उचारिए। ऐसा गुर बड़ भागी पाया, ऐसा गुर बड़ भागी पाया, गुर बड़ भागी पाया, ऐसा गुर बड़ भागी पाया। ऐसा गुर बड़ भागी पाया, गुर बड़ भागी पाया, गुर बड़ भागी पाया, गुर बड़ भागी पाया। ऐसा गुर बड़ भागी पाया, ऐसा गुर बड़ भागी पाया, ऐसा गुर बड़ भागी पाया, ऐसा गुर बड़ भागी पाया। गुर बड़ भागी पाया, गुर बड़ भागी पाया, गुर बड़ भागी पाया, गुर बड़ भागी पाया। भूले मार्ग जिन्हें बताया, भूले मार्ग जिन्हें बताया, भूले मार्ग जिन्हें बताया, भूले मार्ग जिन्हें बताया। भूले मार्ग जिन्हें बताया, भूले मार्ग जिन्हें बताया। गुर बड़ भागी पाया, गुर बड़ भागी पाया, गुर बड़ भागी पाया, गुर बड़ भागी पाया। ऐसे गुर को बल बल जाइए, ऐसे गुर को बल बल जाइए, ऐसे गुर को बल बल जाइए, ऐसे गुर को बल बल जाइए। आप मुकत मोहे तारे, आप मुकत मोहे तारे, आप मुकत मोहे तारे, आप मुकत मोहे तारे। आप मुकत मोहे तारे, आप मुकत मोहे तारे,
आप मुकत मोए तारे, आप मुकत मोए तारे। गुर वड पागी पाया, गुर वड पागी पाया, गुर वड पागी पाया, गुर वड पागी पाया। गुर वड पागी पाया, गुर वड पागी पाया, गुर वड पागी पाया, गुर वड पागी पाया। गुर वड पागी पाया, गुर वड पागी पाया। वाहिगुरु जी का खालसा, वाहिगुरु जी की फतेह। बोले सोनिहार। सत श्री अकाल।